TBN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮੂਸੇਵਾਲੇ ਦੇ ਕਾਤਲ ਸੁੰਨੀ ਹਵੇਲੀ ਵਿੱਚ ਕਿਵੇਂ ਪਹੁੰਚੇ ਅਤੇ ਕਿਸ ਦੀ ਸੀ ਹਵੇਲੀ, ਕਰਾਂਗੇ ਖੁਲਾਸੇ। ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ। ਮੂਸੇਵਾਲੇ ਦੇ ਦੋ ਕਾਤਲਾਂ ਦੇ ਪੁਲਿਸ ਮੁਕਾਬਲੇ ਬਾਅਦ ਪਿੰਡ ਮੂਸਾ ਦੇ ਲੋਕ ਅਤੇ ਮੂਸੇਵਾਲੇ ਦੇ ਮਾਪਿਆਂ ਨੇ ਕੀ ਆਖਿਆ, ਕਰਾਂਗੇ ਸਾਂਝ। ਕੌਣ ਸਨ ਮਨਪ੍ਰੀਤ, ਮਨੂ ਕੁੱਸਾ ਅਤੇ ਜਗਰੂਪ ਰੂਪਾ ਅਤੇ ਕਿਵੇਂ ਬਣੇ ਗੈਂਗਸਟਰ ਅਤੇ ਅਗਲਾ ਨੰਬਰ ਕਿਹੜੇ ਗੈਂਗਸਟਰ ਦਾ, ਅਤੇ ਮੰਡਿਆਣੀ ਪਿੰਡ ਦੀ ਮਹਿਲਾ ਸਰਪੰਚ ਦੀ ਮਿਹਨਤ ਰੰਗ ਲਿਆਈ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਮੂਸੇਵਾਲੇ ਦੇ ਕਤਲकांड ਨਾਲ ਸੰਬੰਧਿਤ ਦੋ ਗੈਂਗਸਟਰ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਢੇਰ ਕਰ ਦਿੱਤੇ ਗਏ ਹੈ। ਤਕਰੀਬਨ 5 ਘੰਟੇ ਤੱਕ ਇਹ ਮੁਕਾਬਲਾ ਚੱਲਦਾ ਰਿਹਾ। ਅਟਾਰੀ ਦੇ ਨੇੜੇ ਪੈਂਦਾ ਪਿੰਡ ਭਕਨਾ ਪਿੰਡ ਦੀ ਇੱਕ ਸੁੰਨਸਾਨ ਕੋਠੀ ਦੇ ਵਿੱਚ ਇਹ ਲੁਕੇ ਹੋਏ ਸੀ। ਇਹਨਾਂ ਦੇ ਵਿੱਚ ਮਨਪ੍ਰੀਤ ਉਰਫ ਮਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ ਰੂਪਾ ਦੱਸੇ ਗਏ ਸੀ। ਪੁਲਿਸ ਨੇ ਇਹਦੀ ਉਸੇ ਵਕਤ ਅਧਿਕਾਰਤ ਤੌਰ ਤੇ ਪੁਸ਼ਟੀ ਵੀ ਕਰ ਦਿੱਤੀ ਸੀ। ਮੌਕੇ ਤੇ ਘਟਨਾ ਸਥਾਨ ਵਾਲੀ ਥਾਂ ਤੇ ਪਹੁੰਚੇ ਸਨ ਪੰਜਾਬ ਪੁਲਿਸ ਦੇ ADGP ਐਂਟੀ ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ। ਬਾਅਦ ਦੇ ਵਿੱਚ ਉਹਨੇ ਪੱਤਰਕਾਰਾਂ ਨੂੰ ਸੰਬੋਧਨ ਵੀ ਕੀਤਾ ਸੀ ਤੇ ਕੁਝ ਵੇਰਵੇ ਵੀ ਦਿੱਤੇ ਸੀ। ਉਹਨਾਂ ਨੇ ਦੱਸਿਆ ਸੀ ਕਿ ਦੋਵੇਂ ਮਾਰੇ ਗਏ ਗੈਂਗਸਟਰ ਮੂਸੇਵਾਲੇ ਦੇ ਕਤਲ ਦੇ ਵਿੱਚ ਸ਼ਾਮਲ ਸਨ ਅਤੇ ਪੁਲਿਸ ਇਹਨਾਂ ਦੀ ਲੰਬੇ ਸਮੇਂ ਤੋਂ ਭਾਲ ਵੀ ਕਰ ਰਹੀ ਸੀ ਅਤੇ ਸਿੱਟ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ ਸੀ ਅਤੇ ਇਹਨਾਂ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਸੀ ਤੇ ਉਹਨਾਂ ਨੇ ਸ਼ਨਾਖਤ ਕਰ ਦਿੱਤੀ ਸੀ ਕਿ ਹਾਂ ਸਾਨੂੰ ਸੂਹ ਮਿਲੀ ਸੀ। ਪੁਲਿਸ ਦੀ ਵੱਡੀ ਪਾਰਟੀ ਸਮੇਤ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਸੀ। ਜਦੋਂ ਅਸੀਂ ਇਹ ਸੰਬੰਧਿਤ ਘਰ ਨੂੰ ਘੇਰਿਆ, ਪੁਲਿਸ ਨੇ ਆਖਿਆ ਕਿ ਆਤਮ ਸਮਰਪਣ ਕਰ ਦਿਓ, ਤਾਂ ਆਤਮ ਸਮਰਪਣ ਕਰਨ ਦੀ ਬਜਾਏ ਗੈਂਗਸਟਰਾਂ ਨੇ ਉਸ ਕੋਠੀ ਦੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਤਕਰੀਬਨ 5 ਘੰਟੇ ਤੱਕ ਇਹ ਮੁਕਾਬਲਾ ਚੱਲਣ ਤੋਂ ਬਾਅਦ ਦੋਵੇਂ ਗੈਂਗਸਟਰ ਮਾਰ ਦਿੱਤੇ ਗਏ। ਉਹਨਾਂ ਇਹ ਵੀ ਦੱਸਿਆ ਕਿ ਹਵੇਲੀ ਦੇ ਵਿੱਚ ਹੋਰ ਕਿਸੇ ਵੀ ਵਿਅਕਤੀ ਦੀ ਕੋਈ ਉਹਨਾਂ ਕੋਲ ਜਾਣਕਾਰੀ ਨਹੀਂ ਸੀ ਤੇ ਗੈਂਗਸਟਰਾਂ ਵੱਲੋਂ AK-47 ਰਾਈਫਲ ਨਾਲ ਮੁਕਾਬਲਾ ਕੀਤੇ ਜਾਣ ਦੀ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਸੀ ਅਤੇ ਜਵਾਬੀ ਕਾਰਵਾਈ ਦੇ ਵਿੱਚ, ਜਵਾਬੀ ਫਾਇਰਿੰਗ ਦੇ ਵਿੱਚ ਇਹ ਦੋਵੇਂ ਗੈਂਗਸਟਰ ਹਲਾਕ ਹੋਏ ਹੈ। ਉਹਨਾਂ ਇਹ ਵੀ ਦੱਸਿਆ ਸੀ ਕਿ ਇਸ ਘਰ ਦੇ ਮਾਲਕ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਸਤਨਾਮ ਸਿੰਘ ਤੋਂ ਵੀ ਪੁੱਛਗਿੱਛ ਜ਼ਰੂਰ ਕੀਤੀ ਜਾਏਗੀ ਕਿ ਗੈਂਗਸਟਰ ਉਹਨਾਂ ਦੇ ਸੰਪਰਕ ਵਿੱਚ ਕਿਵੇਂ ਆਏ ਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਉਹ ਕਿਵੇਂ ਆਏ, ਕਿਸ ਤਰ੍ਹਾਂ ਉਹ ਤੁਹਾਡੀ ਇਸ ਸੁੰਨੀ ਹਵੇਲੀ ਵਿੱਚ ਪਹੁੰਚੇ ਅਤੇ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਇਹ ਵੀ ਦੱਸਿਆ ਸੀ ਕਿ ਮੁਕਾਬਲੇ ਦੇ ਵਿੱਚ ਪੁਲਿਸ ਦੇ ਵੀ ਜਵਾਨ ਜ਼ਖਮੀ ਹੋਇਆ ਅਤੇ ਇੱਕ ਚੈਨਲ ਦੇ ਰਿਪੋਰਟਰ ਦੇ ਸਾਥੀ ਕੈਮਰਾਮੈਨ, ਉਹ ਵੀ ਜਿਹਦਾ ਨਾਮ ਸਿਕੰਦਰ ਦੱਸਿਆ ਗਿਆ, ਉਹ ਵੀ ਜ਼ਖਮੀ ਹੋ ਗਏ ਸਨ। ਸਵੇਰ ਦੇ 11 ਕੁ ਵਜੇ ਇਹ ਮੁਕਾਬਲਾ ਸ਼ੁਰੂ ਹੋਇਆ ਸੀ। ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ ਤੇ ਸ਼ਾਮ ਤਕਰੀਬਨ 4 ਕੁ ਵਜੇ ਤੱਕ ਇਹ ਸਾਰਾ ਕੁਝ ਸਮਾਪਤ ਹੋਇਆ। ਮੁਕਾਬਲੇ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆਏ, ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਅਤੇ ਇਸ ਮੁਕਾਬਲੇ ਦੇ ਵਿੱਚ 3 ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਗਏ ਸੀ ਤੇ ਦੂਸਰੇ ਪਾਸੇ DGP ਗੌਰਵ ਯਾਦਵ ਉਹ ਵੀ ਮੌਕੇ ਤੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਗੈਂਗਸਟਰਾਂ ਦੇ ਕੋਲ AK-47 ਵਰਗੇ ਆਧੁਨਿਕ ਹਥਿਆਰ ਸੀ ਜਿਨ੍ਹਾਂ ਦੀ ਮਦਦ ਦੇ ਨਾਲ ਉਹ ਲਗਾਤਾਰ ਪੁਲਿਸ ਨੂੰ ਚੁਣੌਤੀ ਦਿੰਦੇ ਸੀ ਤੇ ਇਹ ਜਦੋਂ ਸਾਰਾ ਕੁਝ ਉੱਥੇ ਘਟਨਾਕ੍ਰਮ ਵਾਪਰਿਆ, ਦੋਵੇਂ ਪਾਸਿਆਂ ਤੋਂ ਇਹ ਦੱਸਿਆ ਗਿਆ ਕਿ 100 ਦੇ ਕਰੀਬ ਪਹਿਲਾਂ ਗੋਲੀਆਂ ਚੱਲੀਆਂ। ਪੁਲਿਸ ਕਮਾਂਡੋ ਲਗਾਤਾਰ ਉਸ ਕੋਠੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਿਉਂ ਹੀ ਉਹ ਅੱਗੇ ਵਧਦੇ ਤਾਂ ਗੈਂਗਸਟਰ ਅੰਦਰੋਂ ਗੋਲੀਬਾਰੀ ਵਧਾ ਦਿੰਦੇ ਸੀ। ਇਹਦੇ ਤੋਂ ਬਾਅਦ ਪੁਲਿਸ ਦੀਆਂ 2 ਗੱਡੀਆਂ ਹਥਿਆਰਾਂ ਨਾਲ ਜਿਹਦੇ ਲੈਸ ਸੀ ਉਹ ਹਵੇਲੀ ਵੱਲ ਪੁੱਜਦੀਆਂ ਕੀਤੀਆਂ ਗਈਆਂ ਤੇ ਇੱਕ ਬਖਤਰਬੰਦ ਗੱਡੀ ਨੂੰ ਮੌਕੇ ਤੇ ਬੁਲਾਇਆ ਗਿਆ, ਪਰ ਦੱਸਿਆ ਗਿਆ ਕਿ ਉਹਦੀ ਐਂਬੂਲੈਂਸ ਦੇ ਨਾਲ ਟੱਕਰ ਹੋ ਗਈ ਸੀ। ਜਾਣਕਾਰੀ ਇਹ ਵੀ ਮਿਲੀ ਹੈ ਕਿ ਪੁਲਿਸ ਅਤੇ ਗੈਂਗਸਟਰਾਂ ਵਿੱਚ ਪਿੰਡ ਭਕਨਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ, ਉੱਥੇ ਚੱਲ ਰਹੇ ਇਸ ਮੁਕਾਬਲੇ ਦੇ ਵਿੱਚ
ਭਾਵੇਂ ਕਿ ਇਹ ਦੋਵੇਂ ਗੈਂਗਸਟਰ ਤਾਂ ਹਲਾਕ ਕਰ ਦਿੱਤੇ ਗਏ ਹੈ, ਪਰ ਭਕਨਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੋਧੀ, ਜਿਹਨੂੰ ਬਿੱਲਾ ਵੀ ਕਹਿੰਦੇ ਹੈ, ਕਿ ਬਿੱਲਾ ਦੋਧੀ ਦੇ ਪੁੱਤਰ ਸਤਨਾਮ ਸਿੰਘ, ਜਿਸ ਦੀ ਉਮਰ ਤਕਰੀਬਨ 35 ਕੁ ਵਰ੍ਹੇ ਦੱਸੀ ਗਈ ਹੈ, ਇਹ ਜਿਸ ਦਿਨ ਮੁਕਾਬਲਾ ਹੋਇਆ ਭਾਵ ਉਸੇ ਦਿਨ ਸਵੇਰ ਵਕਤ ਆਪਣੀ ਬਰੀਜ਼ਾ ਗੱਡੀ ਤੇ ਸਵਾਰ ਹੋ ਕੇ ਸਤਨਾਮ ਸਿੰਘ ਦੇ ਵੱਲੋਂ ਹੀ ਦੋਵੇਂ ਗੈਂਗਸਟਰਾਂ ਨੂੰ ਆਪਣੀ ਇਸ ਸੁੰਨੀ ਹਵੇਲੀ ਵਿੱਚ ਲਿਆਂਦਾ ਗਿਆ ਸੀ ਅਤੇ ਇਹਨਾਂ ਦਾ ਪਰਿਵਾਰ ਉੱਥੋਂ ਥੋੜ੍ਹੀ ਦੂਰ ਸਥਿਤ ਅੱਡਾ ਭਕਨਾ ਦੇ ਵਿੱਚ ਦੁੱਧ ਦਾ ਕੰਮ ਕਰਦਾ ਹੈ, ਆਪਣਾ ਡੇਅਰੀ ਚਲਾਉਂਦਾ ਹੈ ਅਤੇ ਉਹਨਾਂ ਦਾ ਘਰ ਵੀ ਉੱਥੇ ਹੀ ਹੈ। ਪਤਾ ਲੱਗਾ ਕਿ ਹਵੇਲੀ ਵਾਲੇ ਸਥਾਨ ਜਿੱਥੇ ਮੁਕਾਬਲਾ ਹੋਇਆ, ਇਹ ਹਵੇਲੀ ਤੇ ਜ਼ਮੀਨ ਇਹਨਾਂ ਨੇ ਕੁਝ ਸਮਾਂ ਪਹਿਲਾਂ ਖਰੀਦੀ ਸੀ, ਜਿਸ ਦੇ ਵਿੱਚ ਪਰਿਵਾਰ ਦਾ ਕੋਈ ਹੋਰ ਜੀ ਨਹੀਂ ਸੀ ਰਹਿੰਦਾ। ਜਦੋਂ ਕਿ ਮੁਕਾਬਲੇ ਵਾਲੀ ਥਾਂ ਤੇ ਕੁਝ ਹੋਰ ਮੌਜੂਦ ਲੋਕਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਸਾਰਾ ਕੁਝ ਹੋਇਆ ਕਿਵੇਂ, ਤੁਹਾਨੂੰ ਕੁਝ ਜਾਣਕਾਰੀ ਹੈ, ਤਾਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਗੈਂਗਸਟਰ ਕਥਿਤ ਤੌਰ ਤੇ ਇੱਕ ਥਾਰ ਦੇ ਵਿੱਚ ਉੱਥੇ ਆਏ ਅਤੇ ਪੁਲਿਸ ਇਹਨਾਂ ਗੈਂਗਸਟਰਾਂ ਦਾ ਉਸ ਵਕਤ ਪਿੱਛਾ ਕਰ ਰਹੀ ਸੀ ਅਤੇ ਇਹ ਸ਼ੂਟਰ ਇੱਥੇ ਖਾਲੀ ਪਏ ਘਰ ਦੇ ਵਿੱਚ ਜਾ ਵੜੇ। ਫਿਰ ਪੁਲਿਸ ਨੇ ਉਸ ਨੂੰ ਘੇਰ ਲਿਆ, ਪੁਲਿਸ ਨੇ ਉਹਨੂੰ ਬਾਹਰ ਨਿਕਲਣ ਵਾਸਤੇ ਆਖਿਆ ਤੇ ਉਹਨਾਂ ਨੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀ ਪਤਾ ਲੱਗਿਆ ਕਿ ਇਲਾਕੇ ਭਰ ਦੇ ਲੋਕ ਹੈਰਾਨ ਵੀ ਨੇ, ਡਰ ਦਾ ਮਾਹੌਲ ਵੀ ਹੈ, ਉੱਤੇ ਸਹਿਮ ਵੀ ਮਹਿਸੂਸ ਕਰ ਰਹੇ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ, ਉਹਨਾਂ ਦੇ ਪਿੰਡ ਜਾਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਏਰੀਏ ਦੇ ਲੋਕ ਨੇ, ਉਹ ਮਹਿਸੂਸ ਕਰ ਰਹੇ ਹੈ ਕਿ ਮੂਸੇਵਾਲ ਦੇ ਕਾਤਲ ਗੈਂਗਸਟਰ ਇਹ ਸਾਡੇ ਇਲਾਕੇ ਵਿੱਚ, ਤੇ ਫਿਰ ਉਹਨਾਂ ਨੂੰ ਕਿਸੇ ਪਰਿਵਾਰ ਨੇ ਪਨਾਹ ਦਿੱਤੀ। ਤੁਹਾਨੂੰ ਪਤਾ ਹੋਣਾ ਹੈ ਕਿ ਜਿਸ ਦਿਨ ਤੋਂ ਸਿੱਧੂ ਮੂਸੇਵਾਲ ਦਾ ਕਤਲ ਹੋਇਆ, ਇਹ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਉਹ ਜੇ ਪੰਜਾਬ 'ਚ ਨੇ ਤਾਂ ਗਏ ਕਿੱਥੇ। ਆ ਕੁਝ ਕੁ ਦਿਨ ਪਹਿਲਾਂ ਮਨੂ ਕੁੱਸਾ ਤੇ ਜਗਰੂਪ ਰੂਪਾ ਚੋਰੀ ਦੇ ਬਾਈਕ ਤੇ ਤਰਨਤਾਰਨ ਵੱਲ ਨੂੰ ਜਾਂਦੇ ਵੀ ਇੱਕ ਵੇਖੇ ਗਏ ਸੀ। CCTV ਫੁਟੇਜ ਮੋਗਾ ਸ਼ਹਿਰ ਦੀ ਸੀ, 21 ਜੂਨ ਦੀ ਸੀ। ਇਹਦੇ ਤੋਂ ਸਾਬਤ ਹੁੰਦਾ ਸੀ ਕਿ ਮੂਸੇਵਾਲ ਦੇ ਕਤਲ ਤੋਂ ਬਾਅਦ 24 ਦਿਨ ਬੀਤ ਚੁੱਕੇ ਸੀ ਅਤੇ ਇਹ ਦੋਵੇਂ ਸ਼ੂਟਰ ਪੰਜਾਬ ਦੇ ਵਿੱਚ ਘੁੰਮ ਰਹੇ ਸੀ। ਸਿੱਧੂ ਮੂਸੇਵਾਲ ਦਾ ਕਤਲ 29 ਮਈ ਨੂੰ ਪਿੰਡ ਜਵਾਹਰਕੇ ਦੇ ਵਿੱਚ ਕਰ ਦਿੱਤਾ ਗਿਆ ਸੀ। ਉਦੋਂ ਤੋਂ ਇਹਨਾਂ ਗੈਂਗਸਟਰਾਂ ਦੀ ਤਲਾਸ਼ ਜਾਰੀ ਸੀ। ਹੁਣ ਲੋਕਾਂ ਦੇ ਮੂੰਹ ਤੇ ਸਵਾਲ ਇਹ ਹੈ ਕਿ ਦੋ ਗੈਂਗਸਟਰ ਜਿਨ੍ਹਾਂ ਦਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ, ਦੋ ਗੈਂਗਸਟਰ ਜਿਹੜੇ ਇਸ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ, ਮਨੂ ਅਤੇ ਰੂਪਾ, ਹਾਲੇ ਵੀ ਦੀਪਕ ਮੁੰਡੀ ਦੀ ਤਲਾਸ਼ ਹੈ ਕਿ ਕੀ ਅਗਲਾ ਨੰਬਰ ਦੀਪਕ ਦਾ ਲੱਗੇਗਾ ਜੇਕਰ ਉਹਨੇ ਆਤਮ ਸਮਰਪਣ ਨਾ ਕੀਤਾ, ਜੇਕਰ ਇੰਜ ਕਾਨੂੰਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਤੇ ਦੂਸਰੇ ਪਾਸੇ ਜਦੋਂ ਇਸ ਸਾਰੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਵਾਸਤੇ ਪੁਲਿਸ ਵੱਲ ਖਾਸ ਕਰਕੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੂੰ ਮੁਬਾਰਕਾਂ ਦਿੱਤੀਆਂ ਨੇ। ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਤੇ ਨਾਲ ਇੱਕ ਟਵੀਟ ਵੀ ਕੀਤਾ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਫੈਸਲਾਕੁਨ ਜੰਗ ਛੇੜੀ ਹੋਈ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਅੱਜ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਵਿਖੇ ਗੈਂਗਸਟਰ ਵਿਰੋਧੀ ਮੁਹਿੰਮ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਉਹਨਾਂ ਨੇ ਸਾਰੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਗੈਂਗਸਟਰਾਂ ਦੇ ਖਿਲਾਫ ਇਸ ਆਪਰੇਸ਼ਨ ਨੂੰ ਵੱਡੀ ਕਾਮਯਾਬੀ ਨਾਲ ਨੇਪਰੇ ਚਾੜ੍ਹਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਪੁਲਿਸ ਅਧਿਕਾਰੀਆਂ ਨੇ ਆਪਰੇਸ਼ਨ ਦੇ ਦੌਰਾਨ ਵਿਲੱਖਣ ਬਹਾਦਰੀ ਤੇ ਸਾਹਸ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਬਹਾਦਰੀ ਅਤੇ ਪੇਸ਼ੇਵਰ ਵਚਨਬੱਧਤਾ ਦੀ ਸ਼ਾਨਦਾਰ ਰਵਾਇਤ ਨੂੰ ਕਾਇਮ ਵੀ ਰੱਖਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਗੈਂਗਸਟਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਦੇ ਵਿੱਚ ਸ਼ਾਮਲ ਸਨ ਤੇ ਨਾਲ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਾਂ ਦਾ ਅਤੇ ਨਸ਼ਿਆਂ ਦਾ ਸਫਾਇਆ ਕਰਨਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਨਾਲ ਕਿਹਾ ਕਿ ਪਿਛਲੀਆਂ ਸਰਕਾਰਾਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੰਦੀਆਂ ਰਹੀਆਂ, ਪਰ ਹੁਣ ਇਹਨਾਂ ਵਿੱਚੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਕੀਮਤ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੂਰਨ ਤੌਰ ਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਹਰਗਿਜ਼ ਕਿਸੇ ਵੀ ਕੀਮਤ ਤੇ ਕੋਈ ਆਗਿਆ ਨਹੀਂ ਦਿੱਤੀ ਜਾਏਗੀ। ਗੈਂਗਸਟਰਾਂ ਦਾ, ਸਮਾਜ ਵਿਰੋਧੀ ਅਨਸਰਾਂ ਦਾ ਸਫਾਇਆ ਹੋਏਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਤੇ ਨਾਲ ਉਹਨਾਂ ਨੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਸ਼ਾਂਤਮਈ, ਖੁਸ਼ਹਾਲ ਅਤੇ ਅਗਾਂਹ ਵਧੂ ਸੂਬਾ ਬਣਾਉਣ ਦੇ ਵਿੱਚ ਕਸਰ ਵੀ ਕੋਈ ਨਹੀਂ ਛੱਡੀ ਜਾਏਗੀ। ਅਸਲ ਦੇ ਵਿੱਚ ਇਕੱਲੇ ਇਹ ਨਹੀਂ,
ਹੁਣ ਤੁਹਾਨੂੰ ਸਿੱਧੇ ਲੈ ਕੇ ਚੱਲਦੇ ਹਾਂ ਪਿੰਡ ਮੂਸਾ। ਸਿੱਧੂ ਮੂਸੇਵਾਲੇ ਦੇ ਪਿੰਡ ਦੇ ਲੋਕਾਂ ਨੇ, ਕੁਝ ਮੋਹਤਵਰਾਂ ਨੇ, ਸਾਬਕਾ ਸਰਪੰਚ ਨੇ ਅਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਆ ਪੁਲਿਸ ਮੁਕਾਬਲੇ ਤੋਂ ਬਾਅਦ ਕੀ ਪ੍ਰਤੀਕਿਰਿਆ ਦਿੱਤੀ ਹੈ। ਹੁਣ ਪਿੰਡ ਦੇ ਲੋਕ, ਉਹਨਾਂ ਦੇ ਅਨੇਕਾਂ ਪ੍ਰਸ਼ੰਸਕ ਅੰਸ਼ਕ ਤੌਰ ਤੇ ਤਸੱਲੀ ਮਹਿਸੂਸ ਕਰ ਰਹੇ ਨੇ। ਸਿੱਧੂ ਮੂਸੇਵਾਲੇ ਨੂੰ ਪਸੰਦ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੇ ਭਾਵੇਂ ਦੇਰ ਨਾਲ ਹੀ ਸਹੀ ਪਰ ਬਹਾਦਰੀ ਦਿਖਾਉਂਦੇ ਹੋਏ ਕਸੂਰਵਾਰਾਂ ਨੂੰ ਮਾਰ ਮੁਕਾਇਆ। ਪੰਜਾਬ ਪੁਲਿਸ ਦੇ ਜ਼ਬਰਦਸਤ ਐਕਸ਼ਨ ਤੋਂ ਬਾਅਦ ਜਿਉਂ ਹੀ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਮਾਰਨ ਦੀ ਖਬਰ ਉਹਨਾਂ ਨੂੰ ਮਿਲੀ ਤਾਂ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ, ਸਿੱਧੂ ਮੂਸੇਵਾਲੇ ਦੇ ਹੋਰ ਚਾਹਣ ਵਾਲਿਆਂ ਨੇ ਸਿੱਧੂ ਮੂਸੇਵਾਲੇ ਦੇ ਖੇਤ ਦੇ ਵਿੱਚ ਜਾ ਕੇ ਲੱਗੇ ਉਸ ਦੇ ਬੁੱਤ ਨੂੰ ਸਿਜਦਾ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਜਿੰਨਾ ਸਮਾਂ ਸਿੱਧੂ ਦੇ ਸਾਰੇ ਕਾਤਲਾਂ ਨੂੰ ਫਾਂਸੀ ਵਰਗੀ ਸਖਤ ਤੋਂ ਸਖਤ ਸਜ਼ਾ ਨਹੀਂ ਮਿਲਦੀ, ਉਨੀ ਦੇਰ ਤੱਕ ਪਰਿਵਾਰ ਨੂੰ ਅਤੇ ਪ੍ਰਸ਼ੰਸਕਾਂ ਨੂੰ ਸ਼ਾਂਤੀ ਨਹੀਂ ਮਿਲਣੀ। ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਬੇਸ਼ੱਕ ਹਾਲੇ 2 ਕਸੂਰਵਾਰ ਸ਼ੂਟਰਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲੀ ਹੈ, ਪਰ ਉਹ ਕਹਿੰਦੇ ਤਸੱਲੀ ਉਦੋਂ ਹੋਊਗੀ ਜਦੋਂ ਸਾਰੇ ਕਸੂਰਵਾਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ। ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਵਿੱਚ ਸਟੇਟ ਮੀਡੀਆ ਕੋਆਰਡੀਨੇਟਰ ਅਤੇ ਇਸੇ ਹੀ ਪਿੰਡ ਦੇ ਜੰਪਲ ਹਰਦੀਪ ਸਿੱਧੂ ਅਤੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਗੁਰਸ਼ਰਨ ਮੂਸਾ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੀ ਇਸ ਬਹਾਦਰੀ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਮੂਸੇਵਾਲੇ ਦੇ ਕਾਤਲਾਂ ਨੂੰ ਮੁਕਾਇਆ ਹੈ। ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਕਸੂਰ ਇਹਨਾਂ ਸ਼ੂਟਰਾਂ ਨੇ ਕੀਤਾ ਸੀ, ਉਹਨਾਂ ਨਾਲ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਤਾਂ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਿਹੜਾ ਵੱਧ ਰਿਹਾ ਹੈ ਇਹਦੇ ਖੌਫ ਨੂੰ ਠੱਲਿਆ ਜਾ ਸਕੇ। ਇਸੇ ਤਰ੍ਹਾਂ ਸੋਸ਼ਲਿਸਟ ਪਾਰਟੀ ਇੰਡੀਆ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਸੀ ਕਿ ਬੇਸ਼ੱਕ ਪੰਜਾਬ ਪੁਲਿਸ ਦੀ ਇਹ ਚੰਗੀ ਪਹਿਲ ਕਦਮੀ ਹੈ, ਪਰ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਸ਼ੰਸਕਾਂ ਨੂੰ ਅਸਲ ਤਸੱਲੀ ਉਸ ਦਿਨ ਹੋਊ ਜਦੋਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਵਰਗੇ ਮੁੱਖ ਸਾਜ਼ਿਸ਼ ਘਾੜੇ ਸੀ ਜਿਹੜੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਉਹਨਾਂ ਨੂੰ ਸਬਕ ਮਿਲੇ ਤਾਂ ਕਿ ਮੁੜ ਕੇ ਕੋਈ ਗੈਂਗਸਟਰ ਫੋਕੀ ਟੌਰ ਜਾਂ ਦਬਦਬੇ ਵਾਸਤੇ ਕਿਸੇ ਬੇਕਸੂਰ ਨੂੰ ਮੌਤ ਦੇ ਘਾਟ ਨਾ ਉਤਾਰੇ। ਮੂਸੇਵਾਲੇ ਦੇ ਮਾਪਿਆਂ ਨੂੰ ਬੇਸ਼ੱਕ ਅੰਸ਼ਕ ਤਸੱਲੀ ਹੈ, ਪਰ ਉਹਨਾਂ ਦਾ ਕੀ ਕਹਿਣਾ ਸੀ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਸਾਡੇ ਹੋਣਹਾਰ ਪੁੱਤਰ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਦਾ ਕੱਖ ਨਹੀਂ ਰਹਿਣਾ ਚਾਹੀਦਾ। ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਕਿਸੇ ਦੇ ਗੱਭਰੂ ਪੁੱਤ ਇਉਂ ਮਾਰ ਦੇਣ ਤੋਂ ਬਾਅਦ ਭਾਵੇਂ ਵੈਰੀ ਮਾਰੇ ਗਏ ਹੈ, ਪਰ ਉਹਨਾਂ ਨੂੰ ਅਸਲ ਤਸੱਲੀ ਉਦੋਂ ਹੋਊ ਜਦੋਂ ਕਾਨੂੰਨ ਦੇ ਜ਼ਰੀਏ ਜਿਹੜੇ ਬਚਦੇ ਫਿਰਦੇ ਕਸੂਰਵਾਰ ਨੇ ਉਹਨਾਂ ਨੂੰ ਸਜ਼ਾ ਮਿਲੂਗੀ। ਅਸਲ ਤਸੱਲੀ ਉਦੋਂ ਹੋਊਗੀ ਜਦੋਂ ਸਾਰੇ ਕਸੂਰਵਾਰਾਂ ਨੂੰ ਸਜ਼ਾ ਦੇ ਕਟਹਿਰੇ ਵਿੱਚ ਖੜਾ ਕੇ ਫਰਮਾਨ ਸੁਣਾਇਆ ਗਿਆ। ਵੇਖਦੇ ਹਾਂ ਕਿ ਸਿਰਫ ਇੱਕ ਹੁਣ 6 ਦੇ ਵਿੱਚੋਂ ਗ੍ਰਿਫਤਾਰ ਕਰਨਾ ਬਾਕੀ ਹੈ ਅਤੇ ਹਥਿਆਰ ਬਰਾਮਦ ਹੋਣੇ ਬਾਕੀ ਹੈ, ਪਰ ਆ ਫੋਰੈਂਸਿਕ ਜਾਂਚ ਵਾਸਤੇ ਜਿਹੜੇ ਹਥਿਆਰਾਂ ਦੇ ਨਾਲ ਮੁਕਾਬਲਾ ਕੀਤਾ ਮਨੂ ਨੇ ਤੇ ਰੂਪੇ ਨੇ, ਉਹ ਜਾਂਚ ਵਾਸਤੇ ਭੇਜੇ ਗਏ ਆ ਕਿ ਕੀ ਸੱਚਮੁੱਚ ਉਹੀ ਹਥਿਆਰ ਸੀ ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦਾ ਵੀ ਕਤਲ ਕੀਤਾ ਗਿਆ। ਹੁਣ ਮਨੂ ਕੁੱਸਾ ਜਗਰੂਪ ਰੂਪਾ ਕੱਲ ਦੀ ਹੋਈ ਜਾਂਦੀ ਹੈ ਜਾਂ ਉਸ ਦਿਨ ਤੋਂ ਵੀ ਇਹ ਚਰਚਾ ਚ ਨਾ ਨੇ ਜਿਸ ਦਿਨ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ। ਦੋਵਾਂ ਪਿੰਡਾਂ ਦੇ ਵਿੱਚੋਂ ਜਾ ਕੇ ਜਾਣਕਾਰੀ ਇਕੱਤਰ ਕੀਤੀ ਗਈ ਕਿ ਦਰਅਸਲ ਕੌਣ ਸੀ, ਕਿ ਮਨੂ ਕੁੱਸਾ ਕੌਣ, ਜਗਰੂਪ ਰੂਪਾ ਕੌਣ। ਮਨਪ੍ਰੀਤ ਸਿੰਘ ਉਰਫ ਮਨੂ, ਪਿੰਡ ਕੁੱਸਾ, ਤਹਿਸੀਲ ਨਿਹਾਲ ਸਿੰਘ ਵਾਲਾ ਦੇ ਥਾਣਾ ਬਦਨੀ ਚ ਪੈਂਦਾ ਪਿੰਡ ਕੁੱਸਾ, ਇਹ ਉੱਥੋਂ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਮਨੂ ਕੁੱਸਾ ਮਜ਼੍ਹਬੀ ਸਿੱਖ ਬਰਾਦਰੀ ਨਾਲ ਸੰਬੰਧਿਤ ਸੀ ਅਤੇ ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਕਰੀਬ 14 ਮੁਕੱਦਮੇ ਦਰਜ ਸੀ। ਉਸ ਦੇ ਮਾਤਾ ਪਿਤਾ ਕਥਿਤ ਤੌਰ ਤੇ ਪੁਲਿਸ ਦੇ ਡਰੋਂ ਜਿਸ ਦਿਨ ਦਾ ਇਹ ਘਟਨਾਕ੍ਰਮ ਵਾਪਰਿਆ ਸੀ ਪਿੰਡ ਦੇ ਵਿੱਚੋਂ ਕਿਤੇ ਚਲੇ ਗਏ ਸੀ। ਪਿੰਡ ਦੇ ਲੋਕ ਵੀ ਆ ਪੁਲਿਸ ਮੁਕਾਬਲੇ ਤੋਂ ਬਾਅਦ ਬਹੁਤਾ ਬੋਲੇ ਨਹੀਂ, ਪਰ ਜਿੰਨਾ ਕੁ ਉਹਨਾਂ ਨੇ ਦੱਸਿਆ ਉਹ ਕਹਿੰਦੇ ਮਨੂ ਜੇਲ੍ਹ ਜਾਣ ਤੋਂ ਪਹਿਲਾਂ ਬੜਾ ਸ਼ਰੀਫ ਇਨਸਾਨ ਸੀ, ਮਿਹਨਤੀ ਨੌਜਵਾਨ ਸੀ, ਪਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਜ਼ੁਲਮ ਦੀ ਦੁਨੀਆ ਦੇ ਵਿੱਚ ਉਹ ਜਾ ਵੜਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਮਨਪ੍ਰੀਤ ਉਰਫ ਮਨੂ ਲੱਕੜ ਦਾ ਵਧੀਆ ਕਾਰੀਗਰ ਹੁੰਦਾ ਸੀ। ਉਹ ਆਪਣੇ 2 ਭਰਾਵਾਂ ਗੁਰਪ੍ਰੀਤ ਗੋਰਾ ਤੇ ਸ਼ਮਸ਼ੇਰ ਸਿੰਘ ਦੇ ਨਾਲ ਪਿੰਡ ਦੇ ਵਿੱਚ ਹੀ ਲੱਕੜ ਦੀ ਦੁਕਾਨ ਕਰਿਆ ਕਰਦਾ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਰੰਗੀਆਂ ਦਾ ਇੱਕ ਵਿਅਕਤੀ ਮਨੂ ਤੇ ਹਮਲਾ ਕਰਨ ਦੇ ਇਰਾਦੇ ਨਾਲ ਉਹਨਾਂ ਦੇ ਘਰ ਆਇਆ। ਮਨੂ ਦਾ ਤੇ ਉਹਦਾ ਝਗੜਾ ਹੋ ਗਿਆ, ਮਨੂ ਦੇ ਹੱਥੋਂ ਉਸ ਵਿਅਕਤੀ ਦਾ ਕਤਲ ਹੋ ਗਿਆ, ਉਹਦੇ ਵਿੱਚ ਮਨੂ ਨੂੰ ਜੇਲ੍ਹ ਹੋ ਗਈ
ਤੇ ਮਨੂ ਨੇ ਅਪਰਾਧ ਦੀ ਦੁਨੀਆ ਦੇ ਵਿੱਚ ਇੰਜ ਪੈਰ ਰੱਖ ਲਿਆ। ਜੇਲ੍ਹ ਤੋਂ ਜਦੋਂ ਛੁੱਟੀ ਲੈ ਕੇ ਆਇਆ, ਮਨੂ ਨੇ ਆਪਣੇ ਛੋਟੇ ਭਰਾ ਗੁਰਦੀਪ ਗੋਰੇ ਨਾਲ ਮਿਲ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ। ਫਿਰ ਦੋਵੇਂ ਭਰਾ ਜੇਲ੍ਹ ਵਿੱਚ ਚਲੇ ਗਏ। ਮੰਨਿਆ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਇਹਨਾਂ ਦੇ ਸਬੰਧ ਬਿਸ਼ਨੋਈ ਗਰੁੱਪ ਨਾਲ ਬਣੇ ਅਤੇ ਇਹਨਾਂ ਦਾ ਤੀਸਰਾ ਭਰਾ ਸ਼ਮਸ਼ੇਰ ਸਿੰਘ ਵੀ ਅਪਰਾਧਕ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਮੂਸੇਵਾਲੇ ਦੇ ਕਤਲ ਤੋਂ ਬਾਅਦ ਪੁਲਿਸ ਨੇ ਇਹਨਾਂ ਦੇ ਘਰ ਤੇ ਮਨੂ ਨੂੰ ਪੁਲਿਸ ਅੱਗੇ ਪੇਸ਼ ਹੋਣ ਵਾਸਤੇ ਨੋਟਿਸ ਚਿਪਕਾ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਘਰ ਛੱਡ ਕੇ ਕਿਧਰੇ ਚਲੇ ਗਏ ਸਨ। ਪਰ ਪਿੰਡ ਦੇ ਲੋਕ ਦੱਬੀ ਜ਼ੁਬਾਨ 'ਚ ਕਹਿੰਦੇ ਹੈ ਕਿ ਪਹਿਲਾਂ ਸ਼ਰੀਫ ਹੁੰਦਾ ਸੀ, ਪਰ ਉਹ ਰੰਗੀਆਂ ਵਾਲੇ ਨੌਜਵਾਨ ਦੇ ਕਤਲ ਤੋਂ ਬਾਅਦ ਇਸ ਜ਼ੁਰਮ ਦੀ ਦੁਨੀਆ ਵਿੱਚ ਧੱਸਦਾ ਚਲਾ ਗਿਆ। ਹੁਣ ਦੂਸਰੇ ਦੀ ਗੱਲ ਕਰਦੇ ਹਾਂ, ਜਗਰੂਪ ਉਰਫ ਰੂਪੇ ਦੀ। ਤਰਨਤਾਰਨ ਪੱਟੀ ਸੜਕ ਤੇ ਸਥਿਤ ਹੈ ਪਿੰਡ ਜੌੜਾ। ਉੱਥੋਂ ਦਾ ਰਹਿਣ ਵਾਲਾ ਸੀ ਜਗਰੂਪ ਰੂਪਾ। ਜਗਰੂਪ ਰੂਪੇ ਦੀ ਮੌਤ ਤੇ ਰੂਪੇ ਦੇ ਪਿਤਾ ਬਲਜਿੰਦਰ ਸਿੰਘ ਨੇ ਆਪਣੇ ਨੌਜਵਾਨ ਪੁੱਤਰ ਦੀ ਮੌਤ ਤੇ ਜਰਾ ਜਿੰਨਾ ਵੀ ਦੁੱਖ ਨਹੀਂ ਪ੍ਰਗਟਾਇਆ ਅਤੇ ਜਿੰਨੇ ਵੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਪਿੰਡ ਦੇ ਵੀ ਕਿਸੇ ਵਿਅਕਤੀ ਨੇ ਰੂਪੇ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ। ਰੂਪੇ ਦੇ ਪਿਤਾ ਬਲਜਿੰਦਰ ਸਿੰਘ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਹੁੰਦਾ ਹੈ। ਉਹਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਆਪਣੇ ਪੁੱਤਰ ਦੀ ਲਾਸ਼ ਲੈਣ ਵੀ ਨਹੀਂ ਜਾਏਗਾ, ਆਪਣੇ ਪੁੱਤਰ ਦੀ ਲਾਸ਼ ਤੇ ਪਰਿਵਾਰ ਦਾ ਹੱਕ ਵੀ ਨਹੀਂ ਜਤਾਏਗਾ। ਉਹਨਾਂ ਇਹ ਜ਼ਰੂਰ ਕਿਹਾ ਕਿ ਇਹਦੇ ਬਾਰੇ ਆਪਣੇ ਪਿੰਡ ਦੇ ਸਰਪੰਚ ਅਤੇ ਲੋਕਾਂ ਦੇ ਨਾਲ ਸਲਾਹ ਕਰੇਗਾ। ਜਿਵੇਂ ਪਿੰਡ ਦੇ ਸਰਪੰਚ ਸਾਹਿਬ ਅਤੇ ਪਿੰਡ ਦੇ ਲੋਕ ਕਹਿਣਗੇ, ਉਹ ਉਹੀ ਕੁਝ ਕਰਨਗੇ। ਤੇ ਉਹ ਕਹਿੰਦੇ ਸਾਡਾ ਇਹਦੇ ਨਾਲ ਕੀ ਸੰਬੰਧ ਸੀ, ਮੇਰੇ ਪਰਿਵਾਰ ਨੇ ਤਾਂ ਰੂਪੇ ਨੂੰ ਕਈ ਸਾਲਾਂ ਤੋਂ ਬੇਦਖਲ ਕੀਤਾ ਹੋਇਆ ਸੀ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਗਰੂਪ ਸਿੰਘ ਜਵਾਨੀ ਦੇ ਵਿੱਚ ਹੀ ਪੈਰ ਧਰਦਿਆਂ ਨਸ਼ਿਆਂ ਦੀ ਦਲਦਲ ਵਿੱਚ ਜਾ ਧੱਸਿਆ। ਪਰਿਵਾਰ ਨੇ ਉਹਨੂੰ ਨਸ਼ੇ ਜਿਹੜੇ ਲੈਣੇ ਹੁੰਦੇ ਸੀ ਉਹਦੇ ਬਦਲੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਕੁਝ ਨਹੀਂ। ਉਹ ਲੁੱਟਾਂ ਖੋਹਾਂ ਕਰਨ ਲੱਗਿਆ, ਫਿਰ ਹੋਰ ਵਾਰਦਾਤਾਂ ਵੱਲ ਜਾ ਵਧਿਆ, ਆਸ-ਪਾਸ ਦੀਆਂ ਸੜਕਾਂ ਤੇ ਆਉਂਦੇ ਲੋਕਾਂ ਨੂੰ ਲੁੱਟਣ ਲੱਗਿਆ। ਜਦੋਂ 2 ਸਾਲ ਪਹਿਲਾਂ ਰੂਪਾ ਜੇਲ੍ਹ ਦੇ ਵਿੱਚੋਂ ਕਹਿੰਦੇ ਰਿਹਾ ਹੋ ਕੇ ਆਇਆ, ਤਾਂ ਫਿਰ ਲੁੱਟਾਂ ਖੋਹਾਂ ਤੱਕ ਉਹ ਸੀਮਤ ਨਾ ਰਿਹਾ। ਲੁੱਟਾਂ ਖੋਹਾਂ ਤੋਂ ਅੱਗੇ ਵਧਦਾ ਉਹ ਮਾਰਾਂ ਧਾੜਾਂ ਤੱਕ ਜਾ ਵਧਿਆ। ਜੇਲ੍ਹ ਦੇ ਵਿੱਚ ਉਸ ਦਾ ਗੈਂਗਸਟਰ ਨਾਲ ਸੰਪਰਕ ਹੋ ਗਿਆ, ਜਿਸ ਕਰਕੇ ਉਹ ਪਿੰਡ ਵਿੱਚ ਆਉਂਦਾ ਨਹੀਂ ਸੀ। ਉਹਨਾਂ ਇਹ ਵੀ ਦੱਸਿਆ ਕਿ ਉਹ ਤਾਂ ਆਪਣੇ ਛੋਟੇ ਭਰਾ ਰਣਜੋਤ ਸਿੰਘ ਦੇ ਵਿਆਹ ਤੇ ਜੋ 5 ਮਹੀਨੇ ਪਹਿਲਾਂ ਹੋਇਆ ਸੀ, ਉਦੋਂ ਵੀ ਆਪਣੇ ਪਿੰਡ ਜੌੜਾ ਵਿੱਚ ਨਹੀਂ ਸੀ ਆਇਆ। ਪਿੰਡ ਵਾਸੀਆਂ ਨੇ ਜਿੱਥੇ ਰੂਪੇ ਦੇ ਕੰਮਾਂ ਨੂੰ ਨਿੰਦਿਆ, ਉੱਥੇ ਉਹਨਾਂ ਦੇ ਪਿਤਾ ਬਲਜਿੰਦਰ ਸਿੰਘ ਅਤੇ ਜਗਰੂਪ ਰੂਪਾ ਦੀ ਮਾਤਾ ਪਲਵਿੰਦਰ ਕੌਰ, ਉਹ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਆ ਦੋਵੇਂ, ਕਹਿੰਦੇ ਉਹਨਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਘਰ ਦੇ ਗੁਜ਼ਾਰੇ ਲਈ 4 ਵੀਲਰ ਚਲਾਉਂਦਾ ਹੈ, ਪਰਿਵਾਰ ਮਿਹਨਤ ਕਰਕੇ ਮੁਸ਼ੱਕਤ ਕਰਕੇ ਆਪਣੀ ਰੋਟੀ ਪਾਣੀ ਖਾਂਦਾ ਹੈ। ਪਰ ਇੱਥੋਂ ਤੱਕ ਕਿ ਆਪਣੇ ਪੁੱਤਰ ਦੇ ਬਾਪ ਜਦੋਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀ ਅੱਖ ਦੇ ਵਿੱਚ ਨਾ ਅਥਰੂ, ਇੱਥੋਂ ਤੱਕ ਕਿ ਅੱਖ ਸਿਮੀ ਤੱਕ ਨਹੀਂ। ਇੰਨਾ ਜ਼ਰੂਰ ਆਖਿਆ, ਤੁਹਾਨੂੰ ਯਾਦ ਹੋਣਾ ਹੈ ਕਿ ਰੂਪੇ ਦੀ ਮਾਤਾ ਬਲਵਿੰਦਰ ਕੌਰ ਨੇ 6 ਮਈ ਨੂੰ ਹੀ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੱਤਰਕਾਰ ਇਹਨਾਂ ਦੇ ਪਿੰਡ ਪਹੁੰਚੇ ਸੀ, ਉਦੋਂ ਆਖ ਦਿੱਤਾ ਸੀ ਕਿ ਜੇਕਰ ਰੂਪੇ ਨੇ ਕਿਸੇ ਮਾਂ ਦਾ ਪੁੱਤ ਮਾਰ ਦਿੱਤਾ ਤਾਂ ਪੁਲਿਸ ਮੇਰੇ ਪੁੱਤਰ ਨੂੰ ਵੀ ਮਾਰ ਦੇਵੇ ਤੇ ਮੈਨੂੰ ਰੱਤੀ ਭਰ ਵੀ ਅਫਸੋਸ ਨਹੀਂ ਹੋਏਗਾ। ਹੁਣ ਵੇਖਦੇ ਹਾਂ ਕਿ ਅਗਲਾ ਨੰਬਰ ਕੀ ਸੱਚਮੁੱਚ ਦੀਪਕ ਮੁੰਡੀ ਦਾ ਲੱਗਦਾ ਹੈ ਜਾਂ ਉਹ ਆਪਣੇ ਆਪ ਨੂੰ ਹੁਣ ਕਾਨੂੰਨ ਦੇ ਹਵਾਲੇ ਕਰਦਾ ਹੈ। ਹੁਣ ਅਗਲੀ ਜਿਹੜੀ ਖਬਰ ਹੈ ਪਿੰਡ ਮੰਡਿਆਣੀ ਦੇ ਨਾਲ ਸੰਬੰਧਿਤ ਹੈ। ਪਿੰਡ ਮੰਡਿਆਣੀ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਉਹਨਾਂ ਲੋਕਾਂ ਵਾਸਤੇ ਮਿਸਾਲ ਹੋ ਗਈ ਹੈ ਜਿਹੜੇ ਕਹਿੰਦੇ ਇਨਸਾਫ ਨਹੀਂ ਮਿਲਦਾ। 3 ਸਾਲਾਂ ਤੱਕ ਉਹ ਪੁਲਿਸ ਦੀਆਂ ਮਿੰਨਤਾਂ ਕਰਦੀ ਰਹੀ, ਕੋਈ ਕਾਰਵਾਈ ਨਾ ਹੁੰਦੀ, ਤਾਂ ਖੁਦ ਤਸਕਰਾਂ ਦੇ ਖਿਲਾਫ ਉਹਨੇ ਬੀਤੇ ਦਿਨੀ ਮੋਰਚਾ ਖੋਲ੍ਹਿਆ ਸੀ। ਪਿੰਡ ਦੇ ਸਮਗਲਰਾਂ ਦੇ ਘਰਾਂ ਦੀ ਚੈਕਿੰਗ ਕੀਤੀ, ਉਹਨਾਂ ਦੇ ਘਰਾਂ ਵਿੱਚੋਂ ਸਰਿੰਜਾਂ ਮਿਲੀਆਂ, ਹੁੱਕਾਂ ਮਿਲੀਆਂ ਸੀ, ਕੰਡਾ ਮਿਲਿਆ ਸੀ, ਹੋਰ ਬੜਾ ਸਮਾਨ ਮਿਲ ਗਿਆ ਸੀ। ਤੇ ਫਿਰ ਉਹਨੇ ਪਿੰਡ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਆਪਣੇ ਹਿਸਾਬ ਨਾਲ ਕੀਤੀ ਤੇ ਉਹ ਮੀਡੀਆ ਤੇ ਖੂਬ ਵਾਇਰਲ ਹੋਈ। ਉਹ ਤੋਂ ਬਾਅਦ IG SPS ਪਰਿਵਾਰ, 14 ਗਜ਼ਟਡ ਅਧਿਕਾਰੀ, 125 ਪੁਲਿਸ ਮੁਲਾਜ਼ਮ ਲੈ ਕੇ ਉਹਨਾਂ ਦੇ ਪਿੰਡ ਵਿੱਚ ਪਹੁੰਚੇ ਨੇ। IG ਸਾਹਿਬ ਨੇ ਐਲਾਨ ਕੀਤਾ ਕਿ ਹੁਣ ਪੁਲਿਸ ਦੇ ਗਜ਼ਟਡ ਅਧਿਕਾਰੀ ਜਿਨ੍ਹਾਂ ਵਿੱਚ DSP, SP, SSP ਇਹ ਸਾਰੇ ਲੁਧਿਆਣਾ ਦਿਹਾਤੀ ਦੇ 270 ਪਿੰਡਾਂ ਵਿੱਚ ਜਾਣਗੇ। ਹਰ ਪਿੰਡ ਦੇ ਸਰਪੰਚ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨਗੇ। ਪਿੰਡ ਵਿੱਚ ਕੌਣ ਨਸ਼ੇ ਵੇਚਦਾ ਹੈ ਉਹਦੇ ਬਾਬਤ ਜਾਣਕਾਰੀ ਪ੍ਰਾਪਤ ਕਰਨਗੇ। 2019 ਦੇ ਵਿੱਚ ਇਸ ਮਹਿਲਾ ਸਰਪੰਚ ਨੂੰ ਮੰਡਿਆਣੀ ਪਿੰਡ ਦੇ ਲੋਕਾਂ ਨੇ ਚੁਣਿਆ ਸੀ। ਗੁਰਪ੍ਰੀਤ ਕੌਰ ਦਾ ਕਹਿਣਾ ਕਿ ਬੀਤੇ 5 ਸਾਲਾਂ ਵਿੱਚ ਉਸਦੇ ਪਿੰਡ ਦੇ ਵਿੱਚੋਂ 15 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 3 ਘਰ ਐਸੇ ਸੀ ਜਿਹੜੇ ਲੰਬੇ ਸਮੇਂ ਤੋਂ ਨਸ਼ਾ ਵੇਚੀ ਜਾਂਦੇ ਸੀ ਤੇ ਸਰਪੰਚ ਬਣਨ ਤੋਂ ਬਾਅਦ ਉਹ ਲਗਾਤਾਰ ਪੁਲਿਸ ਨੂੰ ਅਪੀਲਾਂ ਕਰਦੀ ਰਹੀ।
ਪਰ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ। ਪਿਛਲੇ 2 ਮਹੀਨਿਆਂ ਤੋਂ ਹਾਲਾਤ ਕਹਿੰਦੇ ਵੱਧ ਤੋਂ ਬੱਤਰ ਹੋ ਗਏ ਸੀ। ਨਸ਼ਾ ਇੰਜ ਵੇਚਿਆ ਜਾ ਰਿਹਾ ਸੀ ਜਿਵੇਂ ਆਪਾਂ ਕਿਤੇ ਆਟਾ ਚੱਕੀ ਤੋਂ ਆਟਾ ਲੈ ਕੇ ਆਉਂਦੇ ਹੋਈਏ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨਸ਼ੇੜੀ ਸਾਡੇ ਪਿੰਡ ਕਹਿੰਦੇ ਨਸ਼ਾ ਲੈਣ ਵਾਸਤੇ ਆਉਂਦੇ ਸੀ। ਉਹ ਕਹਿੰਦੀ ਹੱਦ ਉਸ ਦਿਨ ਹੋ ਗਈ। ਗੁਰਪ੍ਰੀਤ ਕੌਰ ਜਿਹੜੀ ਸਰਪੰਚ ਹੈ ਪਿੰਡ ਦੀ, ਉਹ ਕਹਿੰਦੀ ਮੈਂ ਤਾਂ ਸੋਚਦੀ ਸੀ ਕਿ ਨਸ਼ੇ ਬੰਦ ਕਰਾਵਾਂ। ਪਿੰਡ ਵਿੱਚ 13 ਤੋਂ 14 ਸਾਲ ਦੇ ਨੌਜਵਾਨ ਵੀ ਨਸ਼ੇ ਕਰਨ ਲੱਗ ਪਏ। ਪਿੰਡ ਦੇ ਲੋਕਾਂ ਨੇ ਜਿਹੜੇ WhatsApp ਗਰੁੱਪ ਬਣਾਏ ਸੀ ਉਹ ਤੇ ਮੈਨੂੰ ਤਾਨੇ ਮਾਰਨ ਲੱਗ ਪਏ ਕਿ ਉਹ ਨਸ਼ਾ ਤਸਕਰਾਂ ਤੋਂ ਪੈਸੇ ਲੈਂਦੀ ਹੈ, ਜਿਸ ਦੇ ਕਾਰਨ ਪਿੰਡ 'ਚ ਕੋਈ ਕਾਰਵਾਈ ਨਾ ਹੁੰਦੀ ਹੈ ਤੇ ਨਾ ਕਰਵਾਉਂਦੀ ਹੈ। ਜਿਸ ਤੋਂ ਬਾਅਦ ਕਹਿੰਦੀ ਮੈਂ ਫੈਸਲਾ ਕਰ ਲਿਆ ਕਿ ਹੁਣ ਲੜਾਈ ਆਰ ਪਾਰ ਦੀ ਹੋਊ। ਬੀਤੇ ਮੰਗਲਵਾਰ ਨੂੰ ਪੰਚਾਇਤ ਬੁਲਾਈ, ਪਿੰਡ ਕਰਿਆ ਇਕੱਠਾ। ਖੁਦ ਪਿੰਡ ਵਾਸੀਆਂ ਨੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਤਸਕਰਾਂ ਦੇ ਘਰਾਂ ਵਿੱਚੋਂ ਕੁਝ ਕੰਡੇ ਮਿਲ ਗਏ ਸੀ, ਕੁਝ ਹੋਰ ਸਮਾਨ ਮਿਲ ਗਿਆ ਜੀ, ਕੋਈ ਨਕਦੀ ਮਿਲ ਗਈ ਸੀ, ਕੁਝ ਗਹਿਣੇ ਮਿਲ ਗਏ ਸੀ। ਤੇ ਫਿਰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੇ ਕਿ ਆਹ ਦੇਖੋ। ਉਹ ਵੀਡੀਓ ਬੜੀ ਵਾਇਰਲ ਹੋਈ। ਉਹਦੇ ਤੋਂ ਬਾਅਦ IG ਲੁਧਿਆਣਾ ਰੇਂਜ SPS ਪਰਿਵਾਰ ਤੇ ਕੁਝ SP DSP ਤੇ 125 ਪੁਲਿਸ ਮੁਲਾਜ਼ਮ ਲੈ ਕੇ ਉੱਥੇ ਪਹੁੰਚੇ। IG ਨੇ ਸਰਪੰਚ ਦੇ ਨਾਲ ਮੀਟਿੰਗ ਕੀਤੀ। ਪੁਲਿਸ ਨੇ ਤਲਾਸ਼ੀ ਮੁਹਿੰਮ ਵੀ ਚਲਾਈ। ਪੁਲਿਸ ਨੇ ਉੱਥੇ ਮੁਖਤਿਆਰ ਕੌਰ, ਉਸਦੇ ਜਵਾਈ ਕਸ਼ਮੀਰ ਸਿੰਘ ਅਤੇ ਮੁਖਤਿਆਰ ਕੌਰ ਦੀ ਧੀ ਜਸਵਿੰਦਰ ਕੌਰ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਪੁਲਿਸ ਨੇ ਦੱਸਿਆ ਕਿ ਅਸੀਂ ਇਹਨਾਂ ਦੇ ਖਿਲਾਫ ਅਪਰਾਧਕ ਮੁਕੱਦਮਾ ਵੀ ਦਰਜ ਕਰ ਲਿਆ ਹੈ। ਪਰ ਤੁਸੀਂ ਦੇਖਿਓ ਕਿ ਉਹੀ IG ਸਾਹਿਬ ਉਚੇਚੇ ਤੌਰ ਤੇ ਪਰਮਾਰ ਸਾਹਿਬ ਜਦੋਂ ਇਸ ਪਿੰਡ ਵਿੱਚ ਗਏ ਤਾਂ ਮਹਿਲਾ ਸਰਪੰਚ ਨੂੰ ਭੈਣ ਭੈਣ ਆਖ ਕੇ ਸੰਬੋਧਨ ਕਰ ਰਹੇ ਸੀ। ਕਹਿੰਦੇ ਸਾਡੀ ਭੈਣ ਨੇ ਦੱਸਿਆ ਸੀ ਕਿ ਪਿੰਡ ਮੰਡਿਆਣੀ ਦੇ ਵਿੱਚ ਨਸ਼ਾ ਵਿਕਦਾ ਹੈ। ਅਸੀਂ ਇੱਥੇ ਜਾਂਚ ਕੀਤੀ ਹੈ, ਹੁਕਮ ਦਿੱਤੇ ਹੈ ਕਿ ਸਾਰੇ 13 ਗਜ਼ਟਡ ਅਧਿਕਾਰੀ ਹਫ਼ਤੇ ਵਿੱਚ ਇੱਕ ਵਾਰ ਜ਼ਿਲ੍ਹਾ ਲੁਧਿਆਣਾ ਦੇ 270 ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕਰਨਗੇ। ਪਿੰਡਾਂ ਦੇ ਵਿੱਚ ਕੌਣ ਨਸ਼ਾ ਵੇਚਦਾ ਜਾਣਕਾਰੀ ਲੈਣਗੇ। ਫਿਰ ਜਾਂਚ ਤੋਂ ਬਾਅਦ ਉਹਨਾਂ ਦੇ ਖਿਲਾਫ ਮੁਕੱਦਮੇ ਵੀ ਦਰਜ ਕੀਤੇ ਜਾਣਗੇ। 2 ਦਿਨ ਪਹਿਲਾਂ ਆਪਾਂ ਇਸ ਮਹਿਲਾ ਦੀ ਉਹ ਪਿੰਡ ਦੇ ਵਿੱਚ ਕੀਤੀ ਹੋਈ ਆਪਣੇ ਪੱਧਰ ਦੀ ਪ੍ਰੈਸ ਕਾਨਫਰੰਸ, ਗ੍ਰਾਮ ਸਭਾ ਸੀ ਦਰਅਸਲ, ਉਹ ਸਾਰੇ ਪਿੰਡ ਨੂੰ ਇਕੱਠਾ ਕੀਤਾ ਸੀ। ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਸੀ ਕਿ ਆਹ ਦੇਖੋ ਤਲਾਸ਼ੀ ਲਈ ਹੈ ਤੇ ਆਹ ਸਮਾਨ ਘਰੋਂ ਮਿਲ ਗਿਆ ਤੇ ਹੁਣ ਦੱਸੋ ਕੀ ਕਹਿੰਦੇ ਹੋ। ਉਹਦੇ ਤੋਂ ਬਾਅਦ ਲੋਕਾਂ ਨੇ ਸੜਕ ਵੀ ਜਾਮ ਕਰ ਦਿੱਤੀ ਸੀ। ਕਹਿੰਦੀ ਸੀ ਕਿ ਹੁਣ ਘਰ ਨਹੀਂ ਬੈਠਣਾ। ਮੈਂ ਉਸ ਦਿਨ ਵੀ ਇਸ ਖਬਰ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਹਰ ਇੱਕ ਵਿਅਕਤੀ ਜੇ ਇੰਜ ਰੋਲ ਅਦਾ ਕਰੇ ਤਾਂ ਕੌਣ ਨਸ਼ਾ ਵੇਚ ਲਊ। ਕਿਤੇ ਨਾ ਕਿਤੇ ਅਸੀਂ ਡਰਦੇ ਵੀ ਹਾਂ, ਕਿਤੇ ਨਾ ਕਿਤੇ ਨਿੱਜ ਤੱਕ ਹੀ ਆਪਣੇ ਫੈਸਲੇ ਲੈਣ ਵਿੱਚ ਅਸੀਂ ਸੀਮਤ ਹੋ ਜਾਇਆ ਕਰਦੇ ਹਾਂ। ਸੋ ਆ ਗੁਰਪ੍ਰੀਤ ਕੌਰ ਦੀ ਮਿਸਾਲ ਹੋ ਸਕਦਾ ਕਿ ਹੋਰਨਾਂ ਪਿੰਡਾਂ ਨੂੰ ਜਾਗ ਲਾ ਦੇਵੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।